Dear students, plus 2 class the next lesson, third lesson, Poli. ਖਵਾਜਾ ਅਹਿਮਦ ਅਬਾਸ ਜਿਹਨੂੰ ਆਪਾਂ K.A. Abbas ਲਿਖਿਆ ਹੈ, popularly known as K.A. Abbas was an Indian film director, novelist, screenwriter and a journalist in Urdu, Hindi and English languages. K.A. Abbas कौन से ਫਿਲਮ ਡਾਇਰੈਕਟਰ ਸੀ, ਇੰਡੀਅਨ ਫਿਲਮ ਡਾਇਰੈਕਟਰ, ਨੋਵਲਿਸਟ ਸੀ, ਨੋਵਲ ਲਿਖਦੇ ਸੀ, ਸਕਰੀਨ ਰਾਈਟਰ ਐਂਡ ਏ ਜਰਨਲਿਸਟ ਸੀਗੇ, ਅਖਬਾਰਾਂ ਦੇ ਜਰਨਲਿਸਟ ਸੀਗੇ। ਤਿੰਨੇ ਤਰ੍ਹਾਂ ਦੀਆਂ ਅਖਬਾਰਾਂ ਦੱਸਿਆ, ਉਰਦੂ, ਹਿੰਦੀ ਐਂਡ ਇੰਗਲਿਸ਼। ਹੀ ਵਾਜ਼ ਦਾ ਮੇਕਰ ਆਫ ਇੰਪੋਰਟੈਂਟ ਹਿੰਦੀ ਫਿਲਮਸ ਸੱਚ ਐਜ਼ ਸਾਤ ਹਿੰਦੁਸਤਾਨੀ 1969 ਐਂਡ ਦੋ ਬੂੰਦ ਪਾਣੀ 1972, both of which won the National Film Award for Best Feature Film on National Integration। ਪਹਿਲਾਂ ਤਾਂ ਆਪਾਂ ਨੂੰ ਦੱਸਿਆ ਹੈ ਆਪਣੇ ਰਾਈਟਰ ਬਾਰੇ, ਉਸ ਤੋਂ ਬਾਅਦ ਬੇਟੇ ਸੁਣ ਲਓ। ਭੋਲੀ ਵਾਜ਼ ਏ ਡਿਸਕਾਰਡਡ ਚਾਈਲਡ। ਭੋਲੀ ਇੱਕ ਡਿਸਕਾਰਡਡ ਚਾਈਲਡ ਸੀ। ਡਿਸਕਾਰਡਡ ਦਾ ਮਤਲਬ ਹੁੰਦਾ ਹੈ ਜਿਸ ਨੂੰ ਕੋਈ ਪਸੰਦ ਨਾ ਕਰਦਾ ਹੋਵੇ, ਰਿਜੈਕਟਡ ਚਾਈਲਡ ਜਿਵੇਂ ਕਹਿ ਲਓ, ਅਨਕੇਅਰਡ ਚਾਈਲਡ, ਉਸਦੀ ਕੋਈ ਸੰਭਾਲ ਨਹੀਂ ਕਰਦਾ ਸੀ। ਸ਼ੀ ਯੂਜ਼ ਟੂ ਸਟੈਮਰ, ਉਹ ਸਟੈਮਰ ਕਰਦੀ ਸੀ। ਸਟੈਮਰ ਦਾ ਮਤਲਬ ਹੁੰਦਾ ਬੇਟੇ ਜਿਵੇਂ ਕੋਈ ਅਟਕ ਕੇ ਬੋਲਦਾ, ਹਕਲਾਉਣਾ। ਸ਼ੀ ਵਾਜ਼ ਡਿਸਲਾਈਕਡ ਐਂਡ ਨਿਗਲੈਕਟਡ ਬਾਈ ਐਵਰੀਵਨ। ਸਾਰੇ ਜਣੇ ਉਸ ਨੂੰ ਡਿਸਲਾਈਕ ਕਰਦੇ ਸੀ ਅਤੇ ਉਹ ਨਿਗਲੈਕਟਡ ਬੱਚਾ ਸੀ। ਨਿਗਲੈਕਟਡ ਮੈਨੇ ਉਸਦੀ ਕੋਈ ਪਰਵਾਹ ਨਹੀਂ ਕਰਦਾ ਸੀ, ਉਹਦੀ ਕੋਈ ਧਿਆਨ ਨਹੀਂ ਦਿੰਦਾ ਸੀ। ਸੋ ਸ਼ੀ ਹੈਡ ਐਨ ਇਨਫੀਰੀਅਰਿਟੀ ਕੰਪਲੈਕਸ, ਤਾਂ ਫਿਰ ਉਹਦੇ ਵਿੱਚ ਇਨਫੀਰੀਅਰ ਹੋਣ ਦਾ ਕੰਪਲੈਕਸ ਬਣਿਆ ਹੋਇਆ ਸੀਗਾ ਵੀ ਮੈਂ ਤਾਂ ਇਹਨਾਂ ਸਾਰਿਆਂ ਨਾਲੋਂ ਘੱਟ ਹਾਂ। ਭੋਲੀ ਵਾਜ਼ ਗਾਈਡਡ ਬਾਈ ਹਰ ਪ੍ਰਾਇਮਰੀ ਸਕੂਲ ਟੀਚਰ ਪ੍ਰੋਪਰਲੀ। ਭੋਲੀ ਦੀ ਨੂੰ ਉਸਦੀ ਪ੍ਰਾਇਮਰੀ ਸਕੂਲ ਟੀਚਰ ਨੇ ਬੜੇ ਵਧੀਆ ਤਰ੍ਹਾਂ ਨਾਲ ਗਾਈਡ ਕੀਤਾ। ਸੋ ਹਰ ਐਜੂਕੇਸ਼ਨ ਗੇਵ ਹਰ ਦਾ ਕਰੇਜ ਐਂਡ ਕੈਪੇਬਿਲਿਟੀ ਟੂ ਫਾਈਟ ਅਗੇਂਸਟ ਹਰ ਵੀਕਨੈਸ। ਤਾਂ ਉਸਦੀ ਐਜੂਕੇਸ਼ਨ ਨੇ ਉਸ ਦੇ ਵਿੱਚ ਕਰੇਜ ਪੈਦਾ ਕੀਤਾ। ਕਰੇਜ ਦਾ ਮਤਲਬ ਕੀ ਹੁੰਦਾ, ਹੌਸਲਾ, ਐਂਡ ਕੈਪੇਬਿਲਿਟੀ ਮਤਲਬ ਕੀ ਹੁੰਦਾ, ਸਮਰੱਥਾ। ਟੂ ਫਾਈਟ ਅਗੇਂਸਟ ਹਰ ਵੀਕਨੈਸ, ਉਸਦੀ ਵੀਕਨੈਸ ਦੇ ਅਗੇਂਸਟ ਲੜਨ ਦੀ ਉਹਦੇ 'ਚ ਕਾਬਲੀਅਤ ਪੈਦਾ ਕੀਤੀ, ਹੌਸਲਾ ਪੈਦਾ ਕੀਤਾ। ਕਿੰਨੇ? ਉਸਦੀ ਐਜੂਕੇਸ਼ਨ ਨੇ। ਸ਼ੀ ਰਿਫਿਊਜ਼ ਟੂ ਮੈਰੀ ਬਿਸ਼ੰਬਰ ਨਾਥ ਹੂ ਵਾਜ਼ ਏ ਗ੍ਰੀਡੀ ਪਰਸਨ। ਹੁਣ ਸਟੋਰੀ ਪੜ੍ਹਾਂਗੇ ਆਪਾਂ, ਉਹਦੇ ਵਿੱਚ ਉਸਦੀ ਮੈਰਿਜ ਫਿਕਸ ਹੁੰਦੀ ਹੈ ਬਿਸ਼ੰਬਰ ਨਾਲ, ਪਰ ਉਸ ਨਾਲ ਉਹ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੰਦੀ ਹੈ। ਹਰ ਐਜੂਕੇਸ਼ਨ ਹੈਲਪਡ ਹਰ ਟੂ ਬੀ ਇੰਡੀਪੈਂਡੈਂਟ। ਮੇਨ ਗੱਲ ਕੀ ਹੈ ਬੇਟੇ ਬਈ ਉਸਦੀ ਐਜੂਕੇਸ਼ਨ ਕਰਕੇ ਉਹ ਇੱਕ ਇੰਡੀਪੈਂਡੈਂਟ ਚਾਈਲਡ ਜਾਂ ਬੱਚਾ ਜਾਂ ਇਨਸਾਨ ਬਣਦੀ ਹੈ। ਹਰ ਰਾਈਟ ਡਿਸੀਜ਼ਨ ਮੇਡ ਹਰ ਰਿਸਪੈਕਟੇਬਲ ਇਨ ਹਰ ਸੁਸਾਇਟੀ। ਉਸਦੇ ਸਹੀ ਫੈਸਲੇ ਨੇ, ਰਾਈਟ ਮੈਨੇ ਸਹੀ ਫੈਸਲੇ ਨੇ ਉਸ ਨੂੰ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ ਇੱਕ ਰਿਸਪੈਕਟੇਬਲ ਸਥਾਨ ਦਿਵਾਉਂਦੇ। ਤਾਂ ਬੇਟੇ ਇਹ ਥੋੜ੍ਹੀ ਜਿਹੀ ਇੰਟਰੋਡਕਸ਼ਨ ਸੀ। ਹੁਣ ਆਪਾਂ ਬਹੁਤ ਵਧੀਆ ਸਟੋਰੀ ਹੈ, ਸੁਣਨ ਵਾਲੀ ਸਟੋਰੀ ਹੈ, ਆਪਾਂ ਪੜ੍ਹਦੇ ਹਾਂ। ਭੋਲੀ ਬਾਰੇ ਕੀ ਦੱਸਿਆ? ਹਰ ਨੇਮ ਵਾਜ਼ ਸੁਲੇਖਾ ਬਟ ਸਿੰਸ ਹਰ ਚਾਈਲਡਹੁੱਡ ਐਵਰੀਵਨ ਹੈਡ ਬੀਨ ਕਾਲਿੰਗ ਹਰ ਭੋਲੀ ਦਾ ਸਿੰਪਲਟਨ। ਉਸਦਾ ਰੀਅਲ ਨੇਮ, ਅਸਲੀ ਨਾਮ ਉਹਦਾ ਕੀ ਸੀਗਾ? ਸੁਲੇਖਾ। ਰੀਅਲ ਨੇਮ ਕੀ ਸੀਗਾ? ਸੁਲੇਖਾ। ਪਰੰਤੂ ਬਚਪਨ ਤੋਂ ਹੀ ਹਰ ਇੱਕ ਜਣਾ ਉਸਨੂੰ ਭੋਲੀ ਕਹਿੰਦੇ ਸੀ। ਭੋਲੀ ਦਾ ਮਤਲਬ ਕੀ ਹੁੰਦਾ? ਸਿੰਪਲਟਨ, ਵੀ ਸਿੰਪਲ ਬੱਚਾ, ਕੋਈ ਸਾਦਾ ਜਿਹਾ ਬੱਚਾ। ਕਹਿਣ ਦਾ ਮਤਲਬ ਉਹ ਚਲਾਕਾਂ 'ਚ ਨਹੀਂ ਸੀਗੀ, ਉਹਨੂੰ ਸਿੰਪਲ ਹੀ ਸੀਗੀ ਉਹ। ਸੁਲੇਖਾ ਦਾ ਜਿਹੜਾ ਆਮ ਜਿਹੜੇ ਲੋਕੀ ਸਾਰੇ ਉਹਨੂੰ ਕੀ ਬੋਲਦੇ ਸੀਗੇ? ਭੋਲੀ। ਰੀਅਲ ਨੇਮ ਉਹਦਾ ਕੀ ਸੀਗਾ? ਸੁਲੇਖਾ। ਬੇਟੇ ਇਹ ਮੈਂ ਤੁਹਾਨੂੰ ਜਿਹੜੀ ਚੀਜ਼ਾਂ ਦੁਹਰਾ ਕੇ ਬੋਲੀ ਜਾਂਦਾ, ਤਾਂ ਇਹ ਸ਼ਾਰਟ ਆਨਸਰ ਟਾਈਪ ਕੁਐਸਚਨ ਵਿੱਚ ਆਮ ਤੌਰ 'ਤੇ ਪੁੱਛਿਆ ਜਾਂਦਾ ਹੁੰਦਾ ਹੈ, ਵਟ ਵਾਜ਼ ਦਾ ਰੀਅਲ ਨੇਮ ਆਫ ਭੋਲੀ। ਤਾਂ ਆਪਾਂ ਆਨਸਰ ਕੀ ਦੇਵਾਂਗੇ? ਭੋਲੀਜ਼ ਰੀਅਲ ਨੇਮ ਵਾਜ਼ ਸੁਲੇਖਾ। ਕੀ ਨਾਮ ਸੀ ਉਹਦਾ? ਸੁਲੇਖਾ। ਤਾਂ ਇਸ ਤਰ੍ਹਾਂ ਬੇਟੇ ਧਿਆਨ ਨਾਲ ਤੁਸੀਂ ਸਟੋਰੀ ਨੂੰ ਸੁਣਨਾ ਹੈ, ਤਾਂ ਉਹਦੇ ਵਿੱਚ ਜਿਹੜੇ ਬਣਦੇ ਕੁਐਸਚਨ ਹੈ ਤੁਸੀਂ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਣਗੇ। ਸ਼ੀ ਵਾਜ਼ ਦਾ ਫੋਰਥ ਡਾਟਰ ਆਫ ਨੰਬਰਦਾਰ ਰਾਮ ਲਾਲ। ਹੁਣ ਇਹਦੇ 'ਚ ਵੀ ਆਪਾਂ ਨੂੰ ਇਨਫੋਰਮੇਸ਼ਨ ਕੀ ਮਿਲੀ? ਉਹ ਕਿੰਨਵੀਂ ਡਾਟਰ ਸੀ? ਫੋਰਥ, ਚੌਥੇ ਨੰਬਰ ਵਾਲੀ।
ਤੇ ਉਸਦੇ ਪਿਤਾ ਦਾ ਨਾਮ ਕੀ ਸੀਗਾ? ਰਾਮ ਲਾਲ। ਉਹ ਇੱਕ ਨੰਬਰਦਾਰ ਸੀ। ਕੀ ਸੀਗੇ ਉਹ? ਨੰਬਰਦਾਰ। ਹੁਣ ਮੰਨ ਲਓ ਤੁਹਾਨੂੰ ਸ਼ਾਰਟ ਆਨਸਰ ਟਾਈਪ ਕੁਐਸਚਨ ਪੁੱਛਿਆ ਜਾਂਦਾ ਵੀ ਰਾਮ ਲਾਲ ਕੀ ਸੀ, ਤਾਂ ਉਹਨਾਂ ਦੇ ਚ ਆਪਸ਼ਨ ਕਿਹੜੀ ਬਣੂਗੀ? ਨੰਬਰਦਾਰ। ਵੈਨ ਸ਼ੀ ਵਾਸ 10 months old, ਹੁਣ ਇੱਕ ਘਟਨਾ ਦੱਸੀ ਹੈ ਜਦੋਂ ਉਹ 10 ਮਹੀਨਿਆਂ ਦੀ ਸੀ। 10 months old, she had fallen off the cot, ਉਹ ਮੰਜੇ ਤੋਂ, ਕੋਟ ਦਾ ਮਤਲਬ ਕੀ ਹੁੰਦਾ? ਮੰਜਾ। ਉਹ ਮੰਜੇ ਤੋਂ ਡਿੱਗ ਪਈ ਸੀਗੀ ਜਦੋਂ ਉਹ 10 ਮਹੀਨਿਆਂ ਦੀ ਸੀ। ਫਾਲਨ ਆਫ ਮੀਨ ਡਿੱਗ ਪਈ ਸੀ। ਔਨ ਹਰ ਹੈਡ, ਸਿਰ ਪਰਨੇ। ਕਿਵੇਂ ਉਹ ਡਿੱਗ ਪਈ ਸੀ? ਸਿਰ ਪਰਨੇ ਡਿੱਗ ਪਈ ਸੀ। ਐਂਡ ਪਰਹੈਪਸ ਇਟ ਹੈਡ ਡੈਮੇਜਡ ਮੈਨੇ ਹੁੰਦਾ ਬੇਟੇ ਨੁਕਸਾਨ ਹੋ ਜਾਣਾ। ਡੈਮੇਜ ਕੀ ਹੁੰਦਾ? ਨੁਕਸਾਨ ਹੋ ਜਾਣਾ। ਤਾਂ ਉਸ ਦੇ ਬ੍ਰੇਨ ਦਾ ਕੁਝ ਪਾਰਟ ਉਹ ਡੈਮੇਜ ਹੋ ਗਿਆ, ਉਹਨੂੰ क्षति पहुंची। सम पार्ट ऑफ हर ब्रेन की ਹੁੰਦਾ? दिमाग। दैट वाज वाई शी रिमेन्ड ए बैकवर्ड चाइल्ड, इसे करके वो एक बैकवर्ड चाइल्ड रही सी, भी बाकी नाल वो पिछे सी। बैकवर्ड मतलब पिछे होना। चाइल्ड एंड केम टू बी नोन एज भोली, इस करके उन्होंने की कहन लग पे? भोली द सिंपलटन। हुण पहले पैरे च दस्सिया बेटे वो 4th डॉटर सी, 4थे नंबर की धी सी। वो पिता का नाम राम लाल सी। ਜਦੋਂ ਉਹ 10 ਮਹੀਨਿਆਂ ਦੀ ਸੀ ਤਾਂ ਉਹ ਮੰਜੇ ਤੋਂ ਡਿੱਗ ਪਈ ਸੀ ਸਿਰ ਪਰਨੇ, ਤੇ ਇਸ ਨਾਲ ਕੀ ਹੋਇਆ? ਉਸਦੇ ਬ੍ਰੇਨ ਦਾ ਕੁਝ ਪਾਰਟ ਡੈਮੇਜ ਹੋ ਗਿਆ, ਉਸ ਨੂੰ क्षति ਪਹੁੰਚੀ, ਨੁਕਸਾਨ ਹੋ ਗਿਆ। दैट वाज वाई, ਇਸੇ ਕਰਕੇ ਉਹ ਕੀ ਰਹੀ? ਰਿਮੇਨਡ ਮੈਨੇ ਰਹੀ, ਬੈਕਵਰਡ ਚਾਈਲਡ ਰਹੀ, ਤੇ ਉਸ ਨੂੰ ਕੀ ਕਹਿਣ ਲੱਗ ਪਏ? ਭੋਲੀ ਦ ਸਿੰਪਲਟਨ। ਐਟ ਬਰਥ, ਹੁਣ ਦੇਖੋ ਐਟ ਬਰਥ ਦਾ ਚਾਈਲਡ ਵਾਜ ਵੈਰੀ ਫੇਅਰ ਐਂਡ ਪ੍ਰੀਟੀ। ਹੁਣ ਜੇ ਬਚਪਨ ਦੀ ਗੱਲ ਕਰੀਏ ਨਾ, ਛੋਟੇ ਹੁੰਦਿਆਂ ਦੀ ਗੱਲ ਕਰੀਏ, ਤਾਂ ਭੋਲੀ ਦਾ ਰੰਗ ਸਾਫ ਸੀਗਾ ਤੇ ਉਹ ਪ੍ਰੀਟੀ ਸੀ। ਪ੍ਰੀਟੀ ਮੈਨੇ ਸੁੰਦਰ। ਜਦੋਂ ਜਨਮ ਹੋਇਆ ਸੀ ਤਾਂ ਉਹ ਸੁੰਦਰ ਸਾਫ ਸੀ, ਚਿਹਰਾ ਉਹਦਾ ਰੰਗ ਦੱਸਿਆ ਬੇਟੇ ਫੇਅਰ ਸੀਗਾ। ਬਟ ਵੈਨ ਸ਼ੀ ਵਾਜ਼ 2 months years old, ਹੁਣ ਜਦੋਂ 2 ਸਾਲਾਂ ਦੀ ਹੋਈ ਉਹ ਕੀ ਹੋਇਆ ਬੇਟੇ? ਵੈਨ ਸ਼ੀ ਵਾਜ਼ 2 years old। ਹੁਣ ਇਹ ਬੇਟੇ ਸਮਾਂ ਤੁਹਾਨੂੰ ਯਾਦ ਰੱਖਣਾ ਪਊਗਾ ਵੀ ਜਦੋਂ ਕਿਹੜੇ ਸਮੇਂ ਦੀ ਗੱਲ ਕੀਤੀ ਗਈ ਹੈ। ਪਹਿਲਾਂ ਆਪਾਂ ਨੂੰ 10 ਮਹੀਨਿਆਂ ਦੀ ਦੱਸੀ ਹੈ ਗੱਲ ਵੀ ਉਹ ਸਿਰ ਪਰਨੇ ਡਿੱਗੀ ਸੀ। ਹੁਣ ਜਦੋਂ ਉਹ 2 ਸਾਲਾਂ ਦੀ ਸੀ, ਸ਼ੀ ਹੈਡ ਐਨ ਅਟੈਕ ਆਫ ਸਮਾਲ ਪੌਕਸ, ਤਾਂ ਉਹਨੂੰ ਇੱਕ ਬਿਮਾਰੀ ਸਮਾਲ ਪੌਕਸ ਜਿਹੜੀ ਹੋ ਗਈ, ਜਿਹਦੇ ਨਾਲ ਜਿਵੇਂ ਮਾਤਾ ਨਿਕਲਦੀ ਹੈ ਨਾ, ਉਵੇਂ ਉਹਦੇ ਨਾਲ ਅਟੈਕ ਹੋ ਗਿਆ। ਓਨਲੀ ਦਾ ਆਈਜ਼ ਵਰ ਸੇਵਡ, ਸਿਰਫ ਅੱਖਾਂ ਬਚੀਆਂ ਸੀ। बट द इंटायर मैंने सारी, पूरी सारी बॉडी, इंटायर बॉडी वाज परमानेंटली डिसफिगर्ड। परमानेंटली मैंने पक्के तौर पर डिसफिगर होगी, मतलब उसके निशान पै गए, डिसफिगर होगी बाय डीप ब्लैक पोक मार्क्स। डीप ब्लैक पोक मार्क्स उसके निशान पै गए। जिवें आपां सुनिया ना पहला चेचक वगैरह या इस तरह की बीमारी जिन्हें सारे दाग पै गए होंगे। लिटल सुलेखा कुड नॉट स्पीक टिल शी वाज 5। हुण बेटे हुण 5 ईयर्स बारे दसता भी 5 साल तक सुलेखा बोल नहीं सकती सी। एंड वैन एट लास्ट शी लर्नड टू स्पीक, तो जदों आखिरकार इसने बोलना सीखिया, शी स्टैमर्ड, की प्रॉब्लम रही उहदे च? वो स्टैमर करती सी। स्टैमर करन दा की मतलब हुंदा बेटे? हकला के बोलना, हकलाना मतलब अटक के बोलना। मैं इत्थे पंजाबी लिखता पिया बेटे, तुसीं नोट करते जाना है। शी स्टैमर्ड। द अदर चिल्ड्रन ऑफन मेड फन ऑफ हर, दूजे बच्चे उसका अक्सर मजाक उड़ाते सी। एंड मिमिकड हर, मिमिक करना हुंदा बेटे नकल करनी, उसकी नकल करते सी। दूजे बच्चे उसकी नकल करते सी। एज ए रिजल्ट शी टाकड वैरी लिटल, तो इसे करके वो बोलती घट सी। हुण बोलन घट दा की कारण सी? क्योंकि जदों वो बोलती सी वो हकलांदी सी, दूजे बच्चे उसका मजाक उड़ाते सी, उसकी मिमिक करते सी। मिमिकरी हुंदा ना जिवें नकल करनी, तां वो ऐसे करके बोलती ही घट सी। हुण बेटे इस पैरे तुहानूं दस्सिया भी बचपन दे विच तां वो फेयर एंड प्रीटी सी, पर जदों 2 सालां दी होई तो उन्होंने स्माल पॉक्स का अटैक होया, अखां बचियां, बाकी सारी बॉडी डिसफिगर हो गई, उसके निशान पै गए।
ਕਾਹਦੇ ਨਾਲ ਢੱਕੀ ਗਈ? ਡੀਪ ਬਲੈਕ ਪੋਕ ਮਾਰਕਸ, ਜਿਹੜੇ ਦਾਗ ਪੈ ਗਏ, ਇੱਕ ਤਰ੍ਹਾਂ ਸਕਾਰ ਮਾਰਕਸ ਬਣ ਗਏ। ਤੇ ਜਦੋਂ ਤੱਕ ਉਹ 5 ਸਾਲਾਂ ਦੀ ਨਹੀਂ ਹੋਈ ਸੀ ਨਾ, ਮਤਲਬ ਉਦੋਂ ਤੱਕ ਉਹਨੇ ਬੋਲਣਾ ਵੀ ਨਹੀਂ ਸ਼ੁਰੂ ਕੀਤਾ ਸੀ। ਤੇ ਜਦੋਂ ਉਹਨੇ ਬੋਲਣਾ ਸ਼ੁਰੂ ਕੀਤਾ ਤੇ ਉਹ ਸਟੈਮਰ ਕਰਦੀ ਸੀ। ਸਟੈਮਰ ਮੀਨ ਹਕਲਾਣਾ। ਤੇ ਦੂਜੇ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਸੀ, ਇਸ ਕਰਕੇ ਉਹ ਬੋਲਦੀ ਘੱਟ ਸੀ। ਸ਼ੀ ਟਾਕਡ ਵੈਰੀ ਲਿਟਲ। ਨੈਕਸਟ ਪੈਰਾ ਪੜ੍ਹਦੇ ਹਾਂ ਬੇਟੇ। ਰਾਮ ਲਾਲ ਹੈਡ 7 ਚਿਲਡਰਨ। ਰਾਮ ਲਾਲ ਦੇ ਟੋਟਲ ਕਿੰਨੇ ਬੱਚੇ ਸੀ? 7 ਚਿਲਡਰਨ ਸੀ। 3 ਸਨਸ ਐਂਡ 4 ਡਾਟਰਸ। ਹੁਣ ਦੇਖਿਆ ਜਾਵੇ 3 ਤਾਂ ਮੁੰਡੇ ਹੈ ਤੇ 4 ਧੀਆਂ ਹੈ, ਤੇ ਇੱਕ ਇਹਦਾ ਨੰਬਰ ਕਿੰਨਾ ਹੈ? 4th ਹੈ। ਐਂਡ ਦਾ ਯੰਗੈਸਟ ਆਫ them ਵਾਜ਼ ਭੋਲੀ। ਤੇ ਇਹਦਾ ਮਤਲਬ ਕੀ ਨਿਕਲਿਆ? ਸਭ ਤੋਂ ਛੋਟੀ ਕੌਣ ਸੀ? ਭੋਲੀ। ਇਟ ਵਾਜ਼ ਏ ਪ੍ਰੋਸਪਰਸ ਫਾਰਮਰਸ ਹਾਊਸਹੋਲਡ। ਹੁਣ ਪ੍ਰੋਸਪਰਸ ਕੀ ਹੁੰਦਾ ਬੇਟੇ? ਖੁਸ਼ਹਾਲ। ਦੇਖੋ ਜਿਹੜਾ ਇਹਦਾ ਪਿਤਾ ਹੈ ਰਾਮ ਲਾਲ, ਜੋ ਕਿ ਇੱਕ ਨੰਬਰਦਾਰ ਹੈ, ਇਹਨਾਂ ਦਾ ਪਰਿਵਾਰ ਬਾਰੇ ਕੀ ਦੱਸਿਆ? ਵੀ ਇੱਕ ਖੁਸ਼ਹਾਲ ਪਰਿਵਾਰ ਸੀ, ਰਿਚ ਪਰਿਵਾਰ ਸੀ, ਕੋਈ ਇੰਜ ਨਹੀਂ ਸੀਗਾ ਵੀ ਜਿਹੜਾ ਗਰੀਬ ਹੋਵੇ। ਇਹ ਖੁਸ਼ਹਾਲ ਸੀਗੇ, ਅਮੀਰ ਸੀਗੇ। ਹਾਊਸਹੋਲਡ ਐਂਡ ਦੇਅਰ ਵਰ ਪਲੈਂਟੀ ਟੂ ਈਟ ਐਂਡ ਡਰਿੰਕ। ਤੇ ਖਾਣ ਪੀਣ ਨੂੰ ਪਲੈਂਟੀ ਸੀ, ਬਹੁਤ ਸੀ, ਖੁੱਲਾ ਸੀ। ਆਲ ਦਾ ਚਿਲਡਰਨ ਐਕਸੈਪਟ ਭੋਲੀ ਵਰ ਹੈਲਦੀ ਐਂਡ ਸਟਰੋਂਗ। ਭੋਲੀ ਨੂੰ ਛੱਡ ਕੇ ਬਾਕੀ ਸਾਰੇ ਬੱਚੇ ਹੈਲਦੀ ਵੀ ਸੀਗੇ, ਸਿਹਤਮੰਦ ਵੀ ਸੀਗੇ ਤੇ ਸਟਰੋਂਗ ਵੀ ਸੀਗੇ, ਤਾਕਤਵਰ ਸੀਗੇ। ਕਿਹਨੂੰ ਛੱਡ ਕੇ? ਐਕਸੈਪਟ ਮਤਲਬ ਕਿਹਨੂੰ ਛੱਡ ਕੇ? ਭੋਲੀ ਨੂੰ ਛੱਡ ਕੇ। ਦਾ ਸਨਸ ਹੈਡ ਬੀਨ ਸੈਂਟ ਟੂ ਦਾ ਸਿਟੀ। ਜਿਹੜੇ ਪੁੱਤਰ ਸੀ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਸੀਗਾ? ਸ਼ਹਿਰ। ਟੂ ਸਟੱਡੀ ਇਨ ਸਕੂਲਸ ਐਂਡ ਲੇਟਰ ਇਨ ਕਾਲਜਸ। ਪਹਿਲਾਂ ਉਹਨੇ ਪੜ੍ਹਾਈ ਕਿੱਥੇ ਕੀਤੀ? ਸਕੂਲ ਵਿੱਚ, ਤੇ ਬਾਅਦ ਵਿੱਚ ਕਿੱਥੇ ਕੀਤੀ? ਕਾਲਜ ਵਿੱਚ। ਆਫ ਦਾ ਡਾਟਰਸ ਰਾਧਾ ਦਾ ਐਲਡੈਸਟ। ਹੁਣ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਆਪਾਂ ਦਿਮਾਗ 'ਚ ਕਿਵੇਂ ਰੱਖਣੇ ਆ? ਵਾਰੀ ਸੁਣ ਕੇ ਸਮਝ ਕੇ। ਸਭ ਤੋਂ ਵੱਡੀ ਕੌਣ ਸੀ? ਰਾਧਾ। ਹੈਡ ਆਲਰੇਡੀ ਬੀਨ ਮੈਰਿਡ। ਉਹਦਾ ਵਿਆਹ ਹੋ ਚੁੱਕਿਆ ਸੀ। ਦਾ ਸੈਕੰਡ ਡਾਟਰ। ਹੁਣ ਸੈਕੰਡ ਡਾਟਰ ਦਾ ਨਾਮ ਕੀ ਹੈ? ਮੰਗਲਾ। ਪਹਿਲੀ ਰਾਧਾ, ਦੂਜੀ ਕੌਣ ਹੈ? ਮੰਗਲਾਜ਼ ਮੈਰਿਜ ਹੈਡ ਆਲਸੋ ਬੀਨ ਸੈਟਲਡ। ਉਸਦੀ ਮੈਰਿਜ ਵੀ ਸੈਟਲ ਹੋ ਚੁੱਕੀ ਸੀ, ਮਤਲਬ ਰਿਸ਼ਤੇ ਦੀ ਗੱਲ ਹੋ ਚੁੱਕੀ ਸੀ। ਐਂਡ ਵੈਨ ਦੈਟ ਨੈਕਸਟ ਪੇਜ ਤੇ that was done ਰਾਮ ਲਾਲ would think of third ਚੰਪਾ। ਹੁਣ ਤੀਜੀ ਦਾ ਨਾਮ ਕੀ ਹੈ? ਚੰਪਾ। ਆਪਾਂ ਕਿਹੜੀ ਪੜ੍ਹੀਆਂ? ਰਾਧਾ, ਮੰਗਲਾ ਤੇ ਚੰਪਾ। ਤੇ ਚੌਥੀ ਕੌਣ ਹੈ? ਭੋਲੀ। they were good looking and healthy girls। ਜਿਹੜੀਆਂ ਬਾਕੀ ਸਾਰੀਆਂ ਲੜਕੀਆਂ ਸੀ ਨਾ, they were good looking healthy girls and it was not difficult to find bridegrooms for them। ਤਿੰਨੇ ਜਿਹੜੀਆਂ ਧੀਆਂ ਸੀਗੀਆਂ ਨਾ, ਰਾਧਾ, ਮੰਗਲਾ ਤੇ ਚੰਪਾ, ਤਿੰਨੇ ਗੁੱਡ ਲੁਕਿੰਗ ਸੀਗੀਆਂ, ਹੈਲਦੀ ਸੀਗੀਆਂ, ਤੇ ਕੋਈ ਡਿਫਿਕਲਟ ਨਹੀਂ ਸੀਗਾ ਉਹਨਾਂ ਵਾਸਤੇ ਵਰ ਲੱਭਣਾ, ਬ੍ਰਾਈਡ ਗਰੂਮਸ ਲੱਭਣੇ, ਉਹਨਾਂ ਵਾਸਤੇ ਘਰ ਲੱਭਣੇ। ਬਟ ਰਾਮ ਲਾਲ ਵਾਜ਼ ਵਰੀਡ ਅਬਾਊਟ ਭੋਲੀ। ਪਰੰਤੂ ਰਾਮ ਲਾਲ ਭੋਲੀ ਬਾਰੇ ਚਿੰਤਤ ਸੀ। ਹੁਣ ਕਿਉਂ? ਸ਼ੀ ਹੈਡ ਨਾਈਦਰ ਗੁੱਡ ਲੁਕਸ। ਨਾ ਤਾਂ ਉਹਦੀਆਂ ਗੁੱਡ ਲੁਕਸ ਸੀਗੀਆਂ ਤੇ ਨਾ ਹੀ ਨੌਰ ਇੰਟੈਲੀਜੈਂਸ। ਹੁਣ ਭੋਲੀ ਦੇ ਵਿੱਚ ਕੀ ਕਮੀ ਹੈ? ਨਾ ਤਾਂ ਉਹ ਦੇਖਣ ਨੂੰ ਸੋਹਣੀ ਸੀ, ਗੁੱਡ ਲੁਕਸ ਨਹੀਂ ਸੀਗੀਆਂ ਹੁੰਦੀਆਂ, ਤੇ ਨਾ ਹੀ ਉਹ ਇੰਟੈਲੀਜੈਂਟ ਸੀ। ਐਸੇ ਕਰਕੇ ਰਾਮ ਲਾਲ ਭੋਲੀ ਬਾਰੇ ਵਰਿਡ ਰਹਿੰਦਾ ਸੀ, ਚਿੰਤਤ ਰਹਿੰਦਾ ਸੀ। ਕਾਹਦੇ ਕਰਕੇ? ਵੀ ਜਿਹੜੀ ਰਾਧਾ, ਮੰਗਲਾ ਤੇ ਚੰਪਾ, ਉਹਦੀ ਤਾਂ ਮੈਰਿਜ ਹੋ ਜਾਊਗੀ, ਪਰ ਇਹਦਾ ਵਿਆਹ ਕਿਵੇਂ ਹੋਊਗਾ? ਕਿਉਂਕਿ ਇਹਦੀਆਂ ਨਾ ਤਾਂ ਗੁੱਡ ਲੁਕਸ ਹੈ, ਨਾ ਤਾਂ ਦੇਖਣ ਨੂੰ ਸੋਹਣੀ, ਤੇ ਨਾ ਹੀ ਉਹ ਇੰਟੈਲੀਜੈਂਸ ਹੈ ਉਹਦੇ 'ਚ। ਭੋਲੀ ਵਾਜ਼ 7 years old when ਮੰਗਲਾ ਵਾਜ਼ ਮੈਰਿਡ। ਹੁਣ ਮੰਗਲਾ ਦੀ ਤੇ ਮੈਰਿਜ ਹੋ ਗਈ, ਰਾਧਾ ਦੀ ਤਾਂ ਪਹਿਲਾਂ ਹੀ ਹੋਈ ਸੀ ਨਾ, ਮੰਗਲਾ ਦੀ ਸੈਟਲ ਹੋਈ ਸੀ। ਜਦੋਂ ਮੰਗਲਾ ਦੀ ਮੈਰਿਜ ਹੋਈ, ਇਹ ਭੋਲੀ ਉਦੋਂ ਕਿੰਨੇ ਸਾਲਾਂ ਦੀ ਸੀ? 7 ਸਾਲਾਂ ਦੀ। ਦਾ ਸੇਮ ਈਅਰ ਏ ਪ੍ਰਾਇਮਰੀ ਸਕੂਲ ਫॉर ਗਰਲਸ ਵਾਜ਼ ਓਪਨਡ ਇਨ ਦੇਅਰ ਵਿਲੇਜ। ਉਸੇ ਹੀ ਸਾਲ ਇਹਨਾਂ ਦੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਗਰਲਸ ਵਾਸਤੇ ਖੋਲ੍ਹਿਆ ਗਿਆ। ਦਾ ਤਹਿਸੀਲਦਾਰ ਸਾਹਿਬ ਕੇਮ ਟੂ ਪਰਫਾਰਮ ਇਟਸ ਓਪਨਿੰਗ ਸੈਰਾਮਨੀ। ਤਹਿਸੀਲਦਾਰ ਸਾਹਿਬ, ਹੁਣ ਇਹ ਸਰਕਾਰੀ ਅਫਸਰ ਤਹਿਸੀਲਦਾਰ ਤੁਸੀਂ ਸੁਣਿਆ ਹੈ, ਉਹ ਇਸ ਦੀ ਓਪਨਿੰਗ ਸੈਰਾਮਨੀ ਤੇ ਆਏ। ਓਪਨਿੰਗ ਸੈਰਾਮਨੀ ਕੀ ਹੁੰਦੀ ਹੈ? ਉਦਘਾਟਨ। ਓਪਨਿੰਗ ਸੈਰਾਮਨੀ ਕੀ ਹੁੰਦਾ ਹੈ? ਉਦਘਾਟਨ। ਪਰਫਾਰਮ ਕਰਨਾ ਵੀ ਕਰਨਾ। ਹੀ ਸੈਡ ਟੂ ਰਾਮ ਲਾਲ। ਉਹ ਰਾਮ ਲਾਲ ਨੂੰ ਕਹਿੰਦਾ ਹੈ, ਕੀ ਕਹਿੰਦਾ ਉਹ? ਐਜ਼ ਏ ਰੈਵਨਿਊ ਓਫੀਸ਼ੀਅਲ ਯੂ ਆਰ ਦਾ ਰਿਪਰੈਜ਼ੈਂਟੇਟਿਵ ਆਫ ਦਾ ਗਵਰਨਮੈਂਟ ਇਨ ਦਾ ਵਿਲੇਜ ਐਂਡ ਸੋ ਯੂ ਮਸਟ set an example to the villagers।
यू मस्ट सेंड योर डाटर्स टू स्कूल। ਹੁਣ ਤਹਿਸੀਲਦਾਰ ਰਾਮ ਲਾਲ ਨੂੰ ਕਹਿੰਦਾ ਹੈ ਤੂੰ ਐਸ ਪਿੰਡ ਦਾ ਰੈਵਨਿਊ ਅਫੀਸ਼ੀਅਲ ਹੈ। ਰੈਵਨਿਊ ਹੁੰਦਾ ਨਾ ਜਿਵੇਂ ਕਰ ਵਗੈਰਾ ਇਕੱਠਾ ਕਰਨਾ, ਜਿਵੇਂ ਆਪਾਂ ਕੋਈ ਪਿੰਡਾਂ ਵਾਲਿਆਂ ਨੂੰ ਕੋਈ ਭਰਨਾ ਪੈਂਦਾ ਹੈ, ਕਿਸੇ ਵੀ ਰੂਪ ਵਿੱਚ ਪੈਸੇ ਭਰਨੇ ਪੈਂਦੇ, ਰੈਵਨਿਊ ਇਕੱਠਾ ਹੁੰਦਾ ਜੋ ਉਹ ਨੰਬਰਦਾਰ ਅਗਾਂਹ ਫੋਰਵਰਡ ਕਰਦਾ ਹੈ ਸਰਕਾਰ ਨੂੰ। ਤਾਂ ਕਹਿੰਦਾ ਵੀ ਤੂੰ ਸਰਕਾਰ ਦਾ ਨੁਮਾਇੰਦਾ ਹੈ, ਰਿਪਰੈਜ਼ੈਂਟੇਟਿਵ ਹੁੰਦਾ ਨਾ ਨੁਮਾਇੰਦਾ ਹੈ, ਵੀ ਸਰਕਾਰੀ ਬੰਦਾ ਤੂੰ ਇੱਥੇ ਹੈਗਾ ਹੈ, ਤੂੰ ਇੱਕ ਐਗਜ਼ਾਮਪਲ ਸੈੱਟ ਕਰ, ਤੂੰ ਆਪਦੀ ਧੀਆਂ ਨੂੰ ਆਪਦੇ ਜਿਹੜੇ ਧੀਆਂ ਨੂੰ ਕਿੱਥੇ ਭੇਜ, ਜਿਹੜਾ ਆਪਾਂ ਨਵਾਂ ਸਕੂਲ ਖੋਲ੍ਹਿਆ ਕਿਹੜਾ ਪ੍ਰਾਇਮਰੀ, ਇਹ ਯਾਦ ਰੱਖਣਾ ਹੈ, ਪ੍ਰਾਇਮਰੀ ਸਕੂਲ ਖੋਲ੍ਹਿਆ ਗਰਲਜ਼ ਵਾਸਤੇ। ਕਿਹਦੇ ਵਾਸਤੇ? ਗਰਲਜ਼ ਵਾਸਤੇ। ਤੂੰ ਜ਼ਰੂਰ ਭੇਜਣਾ ਹੈ। ਦ ਨਾਈਟ ਵੈਨ ਰਾਮ ਲਾਲ ਕੰਸਲਟਡ ਹਿਜ਼ ਵਾਈਫ, ਰਾਤ ਨੂੰ ਰਾਮ ਲਾਲ ਆਪਦੀ ਵਾਈਫ ਨਾਲ ਕੰਸਲਟ ਕਰਦਾ ਹੈ, ਸਲਾਹ ਕਰਦਾ ਹੈ, ਉਹਦੇ ਤੋਂ ਸਲਾਹ ਕਰ ਰਿਹਾ ਹੁੰਦਾ ਹੈ, ਗੱਲਬਾਤ ਕਰਦੇ ਆ ਉਹ। ਸ਼ੀ ਕਰਾਈਡ ਆਰ ਯੂ ਕ੍ਰੇਜ਼ੀ, ਕਿ ਤੂੰ ਪਾਗਲ ਹੈ। ਇਫ ਗਰਲਸ ਗੋ ਟੂ ਸਕੂਲ, ਜੇ ਲੜਕੀਆਂ ਸਕੂਲ ਜਾਣ ਲੱਗ ਪਈਆਂ, ਹੂ ਵਿਲ ਮੈਰੀ ਦੈਮ। ਹੁਣ ਪੁਰਾਣੇ ਸਮੇਂ ਦੀ ਗੱਲ ਹੈ ਬੇਟੇ, ਉਦੋਂ ਲੜਕੀਆਂ ਨੂੰ ਤਾਂ ਬਸ ਜਦੋਂ ਵੱਡੇ ਹੁੰਦੇ ਵਿਆਹ ਹੀ ਦਿੱਤਾ ਜਾਂਦਾ ਸੀ, ਸਕੂਲ ਵਗੈਰਾ ਦੀ ਕੋਈ ਗੱਲ ਨਹੀਂ ਹੁੰਦੀ ਸੀ। ਇਹਨਾਂ ਦਾ ਪਿੰਡ ਵਿੱਚ ਸਕੂਲ ਖੁੱਲ੍ਹਿਆ ਹੀ ਹੋਣਾ। ਤਾਂ ਉਹ ਕਹਿੰਦਾ ਵੀ ਜੇ ਸਕੂਲ ਜਾਣ ਲੱਗ ਪਈਆਂ ਤਾਂ ਫਿਰ ਵਿਆਹ ਇਹਨਾਂ ਨਾਲ ਕੌਣ ਕਰਾਊਗਾ। ਰਾਮ ਲਾਲ ਹੈਡ ਨਾਟ ਦਾ ਕਰੇਜ ਟੂ ਡਿਸਓਬੇ ਦਾ ਤਹਿਸੀਲਦਾਰ। ਹੁਣ ਤਹਿਸੀਲਦਾਰ ਨੇ ਕਿਹਾ ਸੀਗਾ ਵੀ ਆਪਦੀ ਲੜਕੀਆਂ ਨੂੰ ਤੂੰ ਪੜ੍ਹਨ ਭੇਜਣਾ ਹੈ, ਪਰ ਰਾਮ ਲਾਲ ਕੋਲੇ ਇਹ ਕਰੇਜ ਨਹੀਂ ਸੀਗਾ, ਹੌਸਲਾ ਨਹੀਂ ਸੀਗਾ ਵੀ ਉਹ ਤਹਿਸੀਲਦਾਰ ਨੂੰ ਡਿਸਓਬੇ ਕਰਦਾ। ਐਟ ਲਾਸਟ ਹਿਜ਼ ਵਾਈਫ ਸੈਡ, ਅੰਤ ਵਿੱਚ ਉਸਦੀ ਪਤਨੀ ਕਹਿੰਦੀ ਹੈ, ਆਈ ਵਿਲ ਟੈਲ ਯੂ ਵਾਟ ਟੂ ਡੂ, ਮੈਂ ਦੱਸਦੀ ਹਾਂ ਤੁਸੀਂ ਕੀ ਕਰਨਾ ਹੈ। ਸੈਂਡ ਭੋਲੀ ਟੂ ਸਕੂਲ, ਭੋਲੀ ਨੂੰ ਸਕੂਲ ਭੇਜ ਦਿਓ। ਐਜ਼ ਇਟ ਇਜ਼ ਦੇਰ ਇਜ਼ ਲਿਟਲ ਚਾਂਸ ਆਫ ਹਰ ਗੈਟਿੰਗ ਮੈਰਿਡ, ਕਿਉਂਕਿ ਉਸ ਦਾ ਵਿਆਹ ਹੋਣ ਦਾ ਕੋਈ ਚਾਂਸ ਨਹੀਂ। ਵਿਦ ਹਰ ਅਗਲੀ ਫੇਸ ਐਂਡ ਲੈਕ ਆਫ ਸੈਂਸ, ਹੁਣ ਉਸ ਦਾ ਚਿਹਰਾ ਕੀ ਹੈ? ਅਗਲੀ ਫੇਸ ਹੈ, ਮਤਲਬ ਕਿ ਚਿਹਰਾ ਕਰੂਪ ਹੈ, ਕਰੂਪ, ਅਗਲੀ ਫੇਸ ਕਰੂਪ, ਐਂਡ ਲੈਕ ਆਫ ਸੈਂਸ, ਉਸ ਨੂੰ ਸਮਝ ਦੀ ਵੀ ਕਮੀ ਹੈ। ਲੈਕ ਮੈਨੇ ਹੁੰਦਾ ਕਮੀ, ਸੈਂਸ ਦੀ ਕਮੀ ਹੈ। ਲੈਟ ਦਾ ਟੀਚਰਸ ਐਟ ਸਕੂਲ ਵਰੀ ਅਬਾਊਟ ਹਰ, ਬਸ ਟੀਚਰਸ ਆਪੇ ਇਹਦੀ ਚਿੰਤਾ ਕਰਨਗੇ। ਮਤਲਬ ਉਸਦੀ ਪਤਨੀ ਕੀ ਸਲਾਹ ਦਿੰਦੀ ਹੈ ਵੀ ਜੇ ਉਹਨੇ ਕਿਹਾ ਨਾ ਧੀਆਂ ਨੂੰ, ਤਾਂ ਆਪਾਂ ਕਿਹਨੂੰ ਭੇਜ ਦਿੰਦੇ ਹਾਂ ਸਕੂਲ? ਭੋਲੀ ਨੂੰ ਭੇਜ ਦਿੰਦੇ ਹਾਂ, ਕਿਉਂਕਿ ਉਸਦੇ ਦਾ ਵਿਆਹ ਹੋਣ ਦੇ ਕੋਈ ਚਾਂਸ ਨਹੀਂ ਗੇ, ਉਸਦਾ ਚਿਹਰਾ ਵੀ ਕਰੂਪ ਹੈ, ਸੋਹਣੀ ਨਹੀਂ ਉਹ, ਉਸਨੂੰ ਸਮਝ ਵੀ ਹੈ ਨਹੀਂ, ਆਪੇ ਜਿਹੜੇ ਟੀਚਰ ਹੈ ਇਹਨੂੰ ਸੰਭਾਲੀ ਜਾਣਗੇ, ਚਿੰਤਾ ਉਹੀ ਕਰਨਗੇ। ਨੈਕਸਟ ਪੈਰਾ। The next day, ਰਾਮਲਾਲ caught ਭੋਲੀ by the hand and said, ਅਗਲੇ ਦਿਨ ਰਾਮਲਾਲ ਭੋਲੀ ਨੂੰ ਹੱਥੋਂ ਪਕੜਦਾ ਐਂਡ said, come with me, I will take you to school, ਮੇਰੇ ਨਾਲ ਚੱਲ, ਮੈਂ ਤੈਨੂੰ ਸਕੂਲ ਲੈ ਕੇ ਜਾਣਾ। ਭੋਲੀ was frightened, ਭੋਲੀ ਫਰਾਈਟਨ ਹੋ ਗਈ, ਮਤਲਬ ਜਿਹੜੇ ਡਰ ਗਈ, ਫਰਾਈਟਨ ਹੋਣਾ ਡਰ ਜਾਣਾ, ਡਰ ਗਈ ਉਹ। she did not know what a school was like, ਉਸਨੂੰ ਪਤਾ ਨਹੀਂ ਸੀਗਾ ਵੀ ਸਕੂਲ ਕਿਸ ਤਰ੍ਹਾਂ ਦਾ ਹੁੰਦਾ ਹੈ। she remembered how a few years ago their old cow Lakshmi, cow ਦਾ ਨਾਮ ਕੀ ਹੈ? ਲక్ష్ਮੀ, ਯਾਦ ਰੱਖਣਾ ਹੈ, had been turned out of the house and sold। ਹੁਣ ਕਹਿੰਦੇ ਵੀ ਕੁਝ ਦਿਨ ਪਹਿਲਾਂ ਉਹਨਾਂ ਦੀ ਇੱਕ ਕਾਓ ਸੀ ਲక్ష్ਮੀ, ਜਿਸ ਦਾ ਨਾਮ ਹੈ, ਉਸਨੂੰ ਘਰੋਂ ਬਾਹਰ ਲੈ ਗਏ ਸੀ ਤੇ ਉਸਨੂੰ ਵੇਚ ਦਿੱਤਾ ਗਿਆ ਸੀ। ਹੁਣ ਇੱਥੇ ਕੀ ਹੈ ਬੇਟੇ, ਭੋਲੀ ਦੇ ਮਨ ਵਿੱਚ ਡਰ ਕੀ ਹੈ ਵੀ ਭੋਲੀ ਇਹ ਸੋਚ ਰਹੀ ਹੈ ਵੀ ਜਿਵੇਂ ਕਾਓ ਨੂੰ ਬਾਹਰ ਕੱਢ ਦਿੱਤਾ ਗਿਆ ਨਾ, ਉਵੇਂ ਮੈਨੂੰ ਹੱਥ ਤੋਂ ਪਕੜ ਕੇ ਲੈ ਕੇ ਜਾ ਰਿਹਾ, ਸਕੂਲ ਲੈ ਕੇ ਜਾ ਰਿਹਾ, ਮੈਨੂੰ ਘਰੋਂ ਕੱਢ ਦਿੱਤਾ ਜਾਊਗਾ, ਮਨ ਵਿੱਚ ਡਰ ਹੈ। ਹੁਣ ਉਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਉਹ ਸਟੈਮਰ ਕਰਦੀ ਹੈ, ਹਕਲਾਉਂਦੀ ਹੈ, ਉਹ ਨੋ ਬੋਲਣਾ ਚਾਹੁੰਦੀ ਹੈ, ਅਟਕ ਕੇ ਬੋਲਦੀ ਹੈ, ਨੋ ਨੋ ਨੋ। ਸ਼ੀ ਸ਼ਾਊਟਡ ਇਨ ਟੈਰਰ, ਟੈਰਰ ਮੈਨੇ ਕੀ ਹੁੰਦਾ ਬੇਟੇ? ਡਰ, ਫਰਾਈਟਨ ਹੋ ਜਾਣਾ, ਡਰ ਜਾਣਾ, ਟੈਰਰ ਮੈਨੇ ਡਰ। ਐਂਡ ਪੁਲਡ ਹਰ ਹੈਂਡ ਅਵੇ ਫਰੋਮ ਹਰ ਫਾਦਰਸ ਗ੍ਰਿਪ, ਗ੍ਰਿਪ ਮੈਨੇ ਪਕੜ, ਪਿਤਾ ਦੇ ਹੱਥ ਦੀ ਪਕੜ ਤੋਂ ਉਹ ਪਰਾਂ ਨੂੰ ਜਾਂਦੀ ਹੈ। ਵਾਟਸ ਦਾ ਮੈਟਰ ਵਿਦ ਯੂ ਫੂਲ, ਹੁਣ ਪਿਤਾ ਕੀ ਕਹਿੰਦਾ ਹੈ? ਉਹ ਮੂਰਖ, ਤੈਨੂੰ ਕੀ ਹੋਇਆ? ਹੁਣ ਦੇਖੋ ਬੇਟੇ, ਤੁਸੀਂ ਇੱਥੋਂ ਇੱਕ ਸਿੱਖਣ ਨੂੰ ਇਹ ਵੀ ਆਪਾਂ ਨੂੰ ਗੱਲ ਨਿਕਲ ਕੇ ਆਉਂਦੀ ਹੈ ਵੀ ਰਾਮ ਲਾਲ ਉਸਨੂੰ ਫੂਲ ਕਹਿ ਕੇ ਬੁਲਾ ਰਿਹਾ, ਤਾਂ ਆਪਦੀ ਧੀ ਨੂੰ ਫੂਲ ਕਰਕੇ ਬੋਲਣਾ ਤਾਂ ਉਹ ਆਪਣੇ ਆਪ 'ਚ ਹੀ ਉਸਦਾ ਹੌਸਲਾ ਢਾਉਣ ਵਾਲੀ ਗੱਲ ਹੈ। ਮਤਲਬ ਕਿ ਜੇ ਬੱਚਾ ਕੋਈ ਕਿਸੇ ਤਰ੍ਹਾਂ ਓਨਾ ਜ਼ਿਆਦਾ ਚਲਾਕ ਨਹੀਂ, ਜੇ ਉਸਨੂੰ ਮੂਰਖ ਬੋਲਿਆ ਜਾਊਗਾ ਤਾਂ ਉਹ ਅੱਗੇ ਹੋਰ ਨਹੀਂ ਵੱਧ ਸਕਦਾ, ਉਹਦਾ ਦਿਮਾਗ ਡਿਵੈਲਪ ਹੋਣ ਦੇ ਚਾਂਸ ਹੋਰ ਘੱਟ ਜਾਂਦੇ ਆ। ਤਾਂ ਫੂਲ ਨਹੀਂ ਕਹਿਣਾ ਚਾਹੀਦਾ ਸੀ ਇਹਨੂੰ, ਪਰ ਉਹ ਕੀ ਬੋਲਦਾ?
What's the matter with you, fool? shouted Ramlal. I'm only taking you to school. मैं तेनू सिर्फ स्कूल लेके जा रहा. Then the old then he told his wife, तद ਉਹ ਆਪਦੀ ਪਤਨੀ ਨੂੰ ਕਹਿੰਦਾ ਹੈ, let her wear some decent clothes. ਥੋੜੇ ਜੇ ਅੱਛੇ ਕੱਪੜੇ ਨੂੰ ਪਹਿਨਾ ਦਿਓ, ਕਿਉਂਕਿ ਆਮ ਤੌਰ ਤੇ ਨਾ ਭੋਲੀ ਦੇ ਕੱਪੜੇ ਅੱਛੇ ਨਹੀਂ ਹੁੰਦੇ ਸੀਗੇ. clothes today or else what will the teachers say? Teachers and the other school girls think of us when they see her. ਤਾਂ ਉਹ ਕਹਿੰਦੇ ਵੀ ਜਦੋਂ ਟੀਚਰ ਵੇਖਣਗੇ, ਬੱਚੇ ਵੇਖਣਗੇ ਤਾਂ ਕੀ ਕਹਿਣਗੇ ਫਿਰ. ਨਿਊ ਕਲੋਥਸ ਹੈਡ ਨੈਵਰ ਬੀਨ ਮੇਡ ਫॉर ਭੋਲੀ. ਹੁਣ ਯਾਦ ਰੱਖਣਾ ਹੈ, ਭੋਲੀ ਦੇ ਲਈ ਤਾਂ ਨਵੇਂ ਕੱਪੜੇ ਕਦੇ ਬਣਾਏ ਹੀ ਨਹੀਂ ਜਾਂਦੇ ਸੀਗੇ. ਦ ਓਲਡ ਡਰੈਸਸ, ਉਹ ਤਾਂ ਪੁਰਾਣੇ ਕੱਪੜੇ ਪਾਉਂਦੀ ਸੀ. ਓਲਡ ਡਰੈਸਸ ਆਫ ਹਰ ਸਿਸਟਰਸ ਵਰ ਪਾਸਡ ਔਨ ਟੂ ਹਰ. ਕੀ ਕੀਤਾ ਜਾਂਦਾ ਸੀ ਵੀ ਜਿਹੜੇ ਕੱਪੜੇ ਉਸਦੀ ਭੈਣਾਂ ਦੇ ਹੁੰਦੇ ਸੀ ਨਾ, ਜਦੋਂ ਉਹਨਾਂ ਦੇ ਕੱਪੜੇ ਜ਼ਿਆਦਾ ਥੋੜੇ ਜਿਹੇ ਡਲ ਹੋ ਗਏ ਜਾਂ ਕਹਿ ਲਓ ਪੁਰਾਣੇ ਹੋ ਗਏ, ਉਹਨੂੰ ਪਾਸ ਔਨ ਕਰ ਦਿੰਦੇ, ਇਹ ਪਾ ਲੈਂਦੀ ਸੀ. ਨੋ ਵਨ ਕੇਅਰ ਟੂ ਮੈਂਡ ਔਰ ਵਾਸ਼ ਹਰ ਕਲੋਥਸ. ਕੋਈ ਜਣਾ ਵੀ ਉਸਦੇ ਕੱਪੜਿਆਂ ਨੂੰ ਕੋਈ ਸਵਾਰਦਾ ਨਹੀਂ ਸੀਗਾ. ਮੈਂਡ ਕਰਨਾ, ਸਵਾਰਨਾ ਜਾਂ ਵਾਸ਼ ਕਰਨਾ ਕੋਈ ਨਹੀਂ ਕਰਦਾ ਸੀ. ਬਟ ਟੂਡੇ ਸ਼ੀ ਵਾਜ਼ ਲੱਕੀ ਟੂ ਰਿਸੀਵ ਏ ਕਲੀਨ ਡਰੈਸ. ਪਰ ਅੱਜ ਉਹਨੂੰ ਕੀ ਮਿਲੀ ਸੀ? ਸਾਫ ਸੁਥਰੀ ਡਰੈਸ ਮਿਲੀ ਸੀਗੀ. ਰਿਸੀਵ ਹੋਣਾ, ਮਿਲਣਾ, ਪ੍ਰਾਪਤ ਹੋਣਾ. ਵਿਚ ਹੈਡ ਸ਼ਰੰਕ, ਜਿਹੜੀ ਸੀ ਕੀ ਸ਼ਰੰਕ ਹੋਈ ਸੀ. ਸ਼ਰਿੰਕ ਉਹ ਤੋਂ ਬਣਿਆ. ਸ਼ਰਿੰਕ ਮੈਨੇ ਹੁੰਦਾ ਨਾ ਸੁੰਗੜ ਜਾਣਾ. ਆਫਟਰ ਮੈਨੀ ਵਾਸ਼ਿੰਗਸ, ਵਾਸ਼ਿੰਗ ਮੈਨੇ ਧੋਆਂ ਤੋਂ ਬਾਅਦ, ਵੀ ਕਈ ਸਾਰੇ ਧੋਆਂ ਤੋਂ ਬਾਅਦ ਉਹ ਸ਼ਰਿੰਕ ਹੋ ਗਈ ਸੀ. ਐਂਡ ਨੋ ਲੋਂਗਰ ਫਿਟਡ ਚੰਪਾ, ਤੇ ਚੰਪਾ ਨੂੰ ਫਿੱਟ ਨਹੀਂ ਆਉਂਦੀ ਸੀਗੀ. ਤਾਂ ਫਿਰ ਇਹ ਕਿਹਨੂੰ ਦੇ ਦਿੱਤੀ ਗਈ? ਭੋਲੀ ਨੂੰ. ਸ਼ੀ ਵਾਜ਼ ਈਵਨ ਬਾਥਡ ਇਨ ਐਂਡ ਆਇਲ ਵਾਜ਼ ਰਬਡ ਇਨਟੂ ਹਰ ਡਰਾਈ ਐਂਡ ਮੈਟਡ ਹੇਅਰ. ਹੁਣ ਕੀ ਹੈ, ਉਹਨੂੰ ਨਹਾਇਆ ਗਿਆ, ਉਸਦੇ ਸਿਰ ਤੇ ਤੇਲ ਵੀ ਲਾਇਆ ਗਿਆ. ਓਨਲੀ ਦੈਨ ਡਿਡ ਸ਼ੀ ਬਿਗਿਨ ਟੂ ਬਲੀਵ ਦੈਟ ਸ਼ੀ ਵਾਜ਼ being taken to a place better than her home. ਜਦੋਂ ਉਸਨੂੰ ਨਹਾਇਆ ਧੋਇਆ ਗਿਆ, ਸਾਫ ਸੁਥਰਾ ਕੀਤਾ ਗਿਆ, ਕੱਪੜੇ ਵਧੀਆ ਪਾਏ ਗਏ, ਤਾਂ ਉਹਨੂੰ ਐ ਲੱਗਣਾ ਸ਼ੁਰੂ ਹੋ ਗਿਆ ਵੀ ਉਹ ਹੋਮ ਨਾਲੋਂ ਬੈਟਰ ਥਾਂ ਤੇ ਹੀ ਚੱਲੀ ਹੋਊਗੀ. ਇਹਨੂੰ ਉਹਦੇ ਮਨ ਵਿੱਚ ਇਹ ਗੱਲ ਉਹਨੂੰ ਲੱਗਣ ਲੱਗ ਗਈ. when they reached the school the children were already in their classrooms. ਜਦੋਂ ਹੁਣ ਉੱਥੇ ਸਕੂਲ ਪਹੁੰਚਦੀ ਹੈ, ਬੱਚੇ ਪਹਿਲਾਂ ਹੀ ਕਲਾਸਰੂਮ 'ਚ ਬੈਠੇ ਹੁੰਦੇ ਆ. ਰਾਮਲਾਲ ਹੈਂਡਡ ਓਵਰ ਹਿਜ਼ ਡਾਟਰ ਟੂ ਦਾ ਹੈਡਮਿਸਟਰਸ. ਰਾਮਲਾਲ ਹੈਡਮਿਸਟਰਸ ਨੂੰ ਇਹ ਆਪਦੀ ਡਾਟਰ ਨੂੰ ਉਹਨੂੰ ਹੈਂਡ ਓਵਰ ਕਰ ਦਿੰਦਾ, ਵੀ ਸੌਂਪ ਦਿੰਦਾ. ਲੈਫਟ ਅਲੋਨ ਦ ਪੂਅਰ ਗਰਲ ਲੁਕਡ ਅਰਾਊਂਡ ਹਰ ਵਿਦ ਫੀਅਰ ਲੇਡਨ ਆਈਜ਼. ਜਦੋਂ ਹੁਣ ਉਸਦੇ ਪਿਤਾ ਨੂੰ ਛੱਡ ਕੇ ਆਏਂਦੇ, ਇਕੱਲੀ ਮਹਿਸੂਸ ਕਰਦੀ ਹੈ. ਫੀਅਰ ਲੇਡਨ ਮੈਨੇ ਡਰ ਭਰੀਆਂ ਅੱਖਾਂ. ਫੀਅਰ ਮੈਨੇ ਡਰ, ਫੀਅਰ ਲੇਡਨ ਮੈਨੇ ਡਰ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਆਲੇ ਦੁਆਲੇ ਵੇਖਦੀ ਹੈ. ਲੈਫਟ ਅਲੋਨ ਮੈਨੇ ਇਕੱਲਿਆਂ ਛੱਡ ਦੇਣਾ. ਦੇਅਰ ਵਰ ਸੈਵਰਲ ਰੂਮਸ. ਸੈਵਰਲ ਮੈਨੇ ਕਈ, ਉੱਥੇ ਕਈ ਰੂਮ ਸਨ, ਕਈ ਕਮਰੇ ਸੀ ਸਕੂਲ ਦੇ. ਐਂਡ ਇਨ ਈਚ ਰੂਮਸ ਗਰਲਸ ਲਾਈਕ ਹਰ ਸਕੁਐਟਡ ਔਨ ਮੈਟਸ. ਤੇ ਕਮਰਿਆਂ ਦੇ ਵਿੱਚ ਉਹਦੇ ਵਰਗੀਆਂ ਲੜਕੀਆਂ ਜਿਹੜੀਆਂ ਉਹ ਸਕੁਐਟ ਚੌਂਕੜੀ ਮਾਰ ਕੇ ਬੈਠੀਆਂ ਹੋਈਆਂ ਸਨ ਮੈਟਸ ਤੇ. ਮੈਟ ਹੁੰਦੇ ਆ ਨਾ, ਮੈਟ ਵਿਛਾਏ ਹੋਏ ਸੀ. ਰੀਡਿੰਗ ਫਰੋਮ ਬੁੱਕਸ, ਤੇ ਉਹ ਕਿਤਾਬਾਂ ਤੋਂ ਪੜ੍ਹ ਰਹੀਆਂ ਸਨ. ਨੈਕਸਟ ਪੇਜ 135. ਔਰ ਰਾਈਟਿੰਗ ਔਨ ਸਲੇਟਸ, ਜਾਂ ਫਿਰ ਉਹ ਸਲੇਟਸ ਉੱਪਰ ਲਿਖ ਰਹੀਆਂ ਸਨ. ਦਾ ਹੈਡਮਿਸਟਰਸ ਆਸਕਡ ਭੋਲੀ ਟੂ ਸਿਟ ਡਾਊਨ ਇਨ ਅ ਕਾਰਨਰ ਇਨ ਵਨ ਆਫ ਦਾ ਕਲਾਸਰੂਮਸ. ਹੈਡਮਿਸਟਰਸ ਭੋਲੀ ਨੂੰ ਕੀ ਕਹਿੰਦੀ ਵੀ ਇੱਕ ਕੋਰਨਰ ਵਿੱਚ ਬੈਠ ਜਾ ਕਲਾਸਰੂਮ ਦੇ. ਭੋਲੀ ਡਿਡ ਨਾਟ ਨੋ ਵਟ ਐਗਜ਼ੈਕਟਲੀ ਏ ਸਕੂਲ ਵਾਜ਼ ਲਾਈਕ ਐਂਡ ਵਟ ਹੈਪਨਡ ਦੇਅਰ. ਭੋਲੀ ਨੂੰ ਪਤਾ ਨਹੀਂ ਸੀ ਸਕੂਲ ਕਿਹੋ ਜਿਹਾ ਹੁੰਦਾ ਹੈ ਤੇ ਉੱਥੇ ਕੀ ਹੁੰਦਾ ਹੈ. ਬਟ ਸ਼ੀ ਵਾਜ਼ ਗਲੈਡ, ਪਰੰਤੂ ਉਹ ਖੁਸ਼ ਸੀ. ਗਲੈਡ ਮੈਨੇ ਹੁੰਦਾ ਖੁਸ਼ ਹੋਣਾ, ਪਰੰਤੂ ਖੁਸ਼ ਸੀ ਕਾਹਦੇ ਕਰਕੇ? ਟੂ ਫਾਈਂਡ ਸੋ ਮੈਨੀ ਗਰਲਸ ਆਲਮੋਸਟ ਆਫ ਹਰ ਓਨ ਏਜ. ਉਸਦੀ ਏਜ ਦੀਆਂ ਲੜਕੀਆਂ ਨੂੰ ਵੇਖ ਕੇ, ਮੌਜੂਦ ਵੇਖ ਕੇ, ਪ੍ਰੈਜ਼ੈਂਟ ਵੇਖ ਕੇ ਉੱਥੇ ਉਹ ਖੁਸ਼ ਹੋ ਗਈ. ਸ਼ੀ ਹੋਪ ਦੈਟ ਵਨ ਆਫ ਦੀਜ਼ ਗਰਲਸ ਮਾਈਟ ਬਿਕਮ ਹਰ ਫਰੈਂਡ. ਉਹ ਕੀ ਉਮੀਦ ਕਰਦੀ ਸੀ, ਹੋਪ ਕੀ ਕਰਦੀ ਸੀ ਕਿ ਇਹਨਾਂ ਲੜਕੀਆਂ ਵਿੱਚੋਂ ਕੋਈ ਇੱਕ ਲੜਕੀ ਸ਼ਾਇਦ ਉਸਦੀ ਫਰੈਂਡ ਬਣ ਜਾਵੇ, ਸਹੇਲੀ ਬਣ ਜਾਵੇ. The lady teacher who was in the class was saying something to the girl, but Polly could not understand nothing. Lady teacher ਕਲਾਸ ਦੇ ਵਿੱਚ ਬੱਚੀਆਂ ਨੂੰ, ਗਰਲਸ ਨੂੰ ਕੁਝ ਸਮਝਾ ਰਹੀ ਸੀ, ਕਹਿ ਰਹੀ ਸੀ,
परंतु भोली नूं कुछ ना समझ आया। शी लुकड एट द पिक्चर्स ऑन द वाल। वो दीवार ते लटकीਆਂ ਹੋਈਆਂ ਜਾਂ ਲੱਗੀਆਂ ਹੋਈਆਂ ਤਸਵੀਰਾਂ ਨੂੰ ਦੇਖ ਰਹੀ ਸੀ। ਦ ਕਲਰਸ ਫੈਸੀਨੇਟਡ ਹਰ। ਜਿਹੜੇ ਕਲਰ ਸੀ ਨਾ ਉਹਨਾਂ ਦੇ ਪਿਕਚਰਸ ਦੇ, ਉਸ ਨੂੰ ਫੈਸੀਨੇਟ ਕਰ ਰਹੇ ਸੀ। ਫੈਸੀਨੇਟ ਮੈਨੇ ਆਕਰਸ਼ਿਤ ਕਰਨਾ ਜਾਂ ਮੋਹਿਤ ਕਰਨਾ। ਇੱਥੇ ਆਕਰਸ਼ਿਤ ਵਰਡ ਆਪਾਂ ਯੂਜ਼ ਕਰ ਲੈਂਦੇ ਹਾਂ ਵੀ ਉਹਨਾਂ ਵੱਲ ਉਹ ਅਟਰੈਕਟ ਹੋ ਗਈ ਸੀਗੀ। ਫੈਸੀਨੇਟ ਹੋ ਜਾਣਾ, ਅਟਰੈਕਟ ਹੋ ਜਾਣਾ, ਆਕਰਸ਼ਿਤ। The horse was brown, just like the horse on which the ਤਹਿਸੀਲਦਾਰ had come to visit their village। ਹੁਣ ਜਿਹੜਾ ਤਸਵੀਰ ਵਿੱਚ ਹੋਰਸ ਹੈ ਉਸ ਦਾ ਬਰਾਊਨ ਕਲਰ ਕਿੰਦੇ ਵਰਗਾ ਹੈ? ਜਿਹੜੇ ਘੋੜੇ ਦਾ ਰੰਗ ਤਹਿਸੀਲਦਾਰ ਦਾ ਜਿਹੜਾ ਘੋੜਾ ਸੀ ਉਸੇ ਤਰ੍ਹਾਂ ਬਰਾਊਨ ਸੀ। The goat was black। ਹੁਣ ਜਿਹੜੀ ਤਸਵੀਰ ਦੇ ਵਿੱਚ ਗੋਟ ਹੈ ਉਹਦਾ ਕਲਰ ਬਲੈਕ ਸੀ। like the goat of their neighbor। ਗੁਆਂਢ ਦੇ ਵਿੱਚ ਜਿਹੜੀ ਇੱਕ ਗੋਟ ਬੱਕਰੀ ਹੈ ਉਹਦਾ ਰੰਗ ਜਿਵੇਂ ਕਾਲਾ ਹੈ, ਤਸਵੀਰ ਵਿੱਚ ਵੀ ਉਸੇ ਤਰ੍ਹਾਂ ਕਾਲੇ ਰੰਗ ਦੀ ਗੋਟ ਸੀ। ਦ ਪੈਰਟ ਮਤਲਬ ਤੋਤਾ ਜਿਹੜਾ ਸੀ ਉਹ ਗ੍ਰੀਨ ਸੀਗਾ। ਲਾਈਕ ਦ ਪੈਰਟਸ ਸ਼ੀ ਹੈਡ ਸੀਨ ਇਨ ਦ ਮੈਂਗੋ ਔਰਕਡ। ਜਿਹੜੇ ਅੰਬਾਂ ਦੇ ਖੇਤ ਵਿੱਚ ਜਾਂ ਬਾਗ ਵਿੱਚ ਕਹੋ, ਬਾਗ ਵਿੱਚ ਔਰਕਡ ਮੀਨਿੰਗ ਬਾਗ ਵਿੱਚ ਜਿਹੜਾ ਤੋਤਿਆਂ ਦੇ ਜਿਹੜਾ ਗ੍ਰੀਨ ਕਲਰ ਸੀ ਉਸੇ ਤਰ੍ਹਾਂ ਦਾ ਪਿਕਚਰ ਸੀਗੀਆਂ। ਐਂਡ ਦ ਕਾਓ ਵਾਜ਼ ਜਸਟ ਲਾਈਕ ਦ ਲਕਸ਼ਮੀ। ਤੇ ਕਾਓ ਜਿਹੜੀ ਹੈ ਉਹ ਸੇਮ ਲਕਸ਼ਮੀ ਵਾਂਗੂ ਹੀ ਸੀ। ਲਕਸ਼ਮੀ ਇਹਨਾਂ ਦੀ ਗਾਂ ਸੀ ਨਾ, ਜਿਹੜਾ ਆਪਾਂ ਦੱਸਿਆ ਵੀ ਕੁਝ ਦਿਨ ਪਹਿਲਾਂ ਬਾਹਰ ਲੈ ਗਏ ਸੀ, ਵੇਚ ਜਾਂਦੀ ਸੀ। ਐਂਡ ਸਡਨਲੀ ਭੋਲੀ ਨੋਟਿਸ ਦੈਟ ਦ ਟੀਚਰ ਵਾਜ਼ ਸਟੈਂਡਿੰਗ ਬਾਈ ਹਰ ਸਾਈਡ ਮੈਨੇ ਨਾਲ, ਕੋਲ। ਅਚਾਨਕ ਹੀ ਭੋਲੀ ਨੋਟਿਸ ਕਰਦੀ ਹੈ ਵੀ ਟੀਚਰ ਉਸਦੇ ਕੋਲ ਖੜੀ ਹੈ। ਸਮਾਈਲਿੰਗ ਐਟ ਹਰ, ਉਸ 'ਤੇ ਸਮਾਈਲ ਕਰ ਰਹੀ ਹੈ, ਉਸਨੂੰ ਉਹਦੇ ਵੱਲ ਵੇਖ ਕੇ ਮੁਸਕਰਾ ਰਹੀ ਹੈ। ਵਾਟ ਇਜ਼ ਯੋਰ ਨੇਮ ਲਿਟਲ ਵਨ। ਛੋਟੇ ਬੱਚੇ ਤੇਰਾ ਨਾਮ ਕੀ ਹੈ? ਪੋ ਮਤਲਬ ਕੀ ਹੈ ਬੇਟੇ? ਇੱਥੇ ਕੀ ਦੱਸਣਾ ਚਾਹੁੰਦੇ ਆ, ਉਹ ਇਸ ਤਰ੍ਹਾਂ ਜਿਹੜਾ ਲਿਖਿਆ ਉਹ ਸ਼ੋ ਕਰਦਾ ਵੀ ਉਹ ਸਟੈਮਰ ਕਰ ਰਹੀ ਹੈ। ਸ਼ੀ ਕੁਡ ਸਟੈਮਰ ਨੋ ਫਰਦਰ। ਇਸ ਤੋਂ ਵੱਧ ਤਾਂ ਉਹ ਸਟੈਮਰ ਵੀ ਨਾ ਕਰ ਸਕੀ, ਮਤਲਬ ਕਿ ਉਹ ਪੂਰਾ ਨਾਮ ਭੋਲੀ ਨਹੀਂ ਬੋਲ ਸਕੀ, ਇੱਥੋਂ ਤੱਕ ਹੀ ਪਹੁੰਚੀ ਹੈ। ਦੈਨ ਸ਼ੀ ਬਿਗੇਨ ਟੂ ਕਰਾਈ ਐਂਡ ਟੀਅਰਸ ਫਲੋਡ ਹਰ ਆਈਜ਼ ਇਨ ਏ ਹੈਲਪਲੈਸ ਫਲੱਡ। ਤਦ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਗਏ। ਹੈਲਪਲੈਸ ਫਲੱਡ, ਜਿਹਦੇ 'ਤੇ ਉਹਦਾ ਕੋਈ ਕੰਟਰੋਲ ਨਹੀਂ ਸੀ। ਸ਼ੀ ਕੈਪਟ ਹਰ ਹੈਡ ਡਾਊਨ। ਉਸਨੇ ਆਪਣਾ ਸਿਰ ਨੀਵਾਂ ਹੀ ਰੱਖਿਆ। ਐਂਡ ਸ਼ੀ ਸੈਟ ਇਨ ਹਰ ਕੋਰਨਰ। ਅਤੇ ਉਹ ਇੱਕ ਕੋਰਨਰ ਵਿੱਚ ਬੈਠ ਗਈ। ਨਾਟ ਡੇਅਰਿੰਗ ਟੂ ਲੁੱਕ ਅਪ ਐਟ ਦ ਗਰਲਜ਼। ਅਤੇ ਉਹ ਡੇਅਰ ਨਹੀਂ ਕਰ ਰਹੀ ਸੀ, ਹੌਸਲਾ ਨਹੀਂ ਕਰ ਰਹੀ ਸੀ ਵੀ ਉਹਨਾਂ ਲੜਕੀਆਂ ਵੱਲ ਵੇਖ ਸਕੇ। ਉਹ ਜਿਹੜੀਆਂ ਨਾਲ ਬੈਠੀਆਂ ਸੀ ਉਹਨਾਂ ਵੱਲ ਵੇਖਣ ਦਾ ਉਹ ਹੌਸਲਾ ਨਹੀਂ ਕਰ ਪਾ ਰਹੀ ਸੀ। who she knew were still laughing at her। ਜਿਸ ਦੇ ਬਾਰੇ ਉਹਨੂੰ ਪਤਾ ਸੀ ਵੀ ਉਹ ਅਜੇ ਵੀ ਉਹਨਾਂ 'ਤੇ ਲਾਫ ਐਟ ਕਰ ਰਹੀਆਂ, ਮਤਲਬ ਹੱਸ ਰਹੀਆਂ, ਕਿਉਂਕਿ ਉਹ ਆਪਦਾ ਨਾਂ ਪੂਰਾ ਨਹੀਂ ਬੋਲ ਸਕੀ ਸੀ। ਲੜਕੀਆਂ ਨਾਲ ਦੀਆਂ ਹੱਸਣ ਲੱਗ ਪਈਆਂ। when the school bell rang all the girls scurried out of the classroom but Polly dared not leave her corner। ਹੁਣ ਜਦੋਂ ਘੰਟੀ ਵੱਜੀ, ਜਿਵੇਂ ਕਹਿ ਲਓ ਵੀ ਅੱਧੀ ਛੁੱਟੀ ਦੀ ਘੰਟੀ ਵੱਜੀ, ਸਾਰੀਆਂ ਲੜਕੀਆਂ ਦੌੜ ਕੇ ਕਲਾਸਰੂਮ ਤੋਂ ਬਾਹਰ ਚਲੇ ਗਈਆਂ, ਪਰ ਇਹਨੇ ਇਹ ਕੋਰਨਰ ਦੇ ਵਿੱਚ ਹੀ ਬੈਠੀ ਰਹੀ। ਉੱਥੋਂ ਅੱਗੇ ਹੋਰ ਬਾਹਰ ਜਾਣ ਦਾ ਨੇ ਹੌਸਲਾ ਨਹੀਂ ਕੀਤਾ। ਹਰ ਹੈਡ ਸਟਿਲ ਲੋਅਰਡ। ਉਸਦਾ ਸਿਰ ਅਜੇ ਵੀ ਲੋਅਰ ਕੀਤਾ ਹੋਇਆ ਸੀ, ਨੀਵਾਂ ਸੀ। ਸ਼ੀ ਕੈਪਟ ਔਨ ਸੋਬਿੰਗ। ਉਸਨੇ ਸੋਬਿੰਗ ਜਾਰੀ ਰੱਖੀ, ਮਤਲਬ ਰੋਣਾ ਹੁੰਦਾ ਬੇਟੇ, ਜਿਵੇਂ ਹੌਲੀ ਹੌਲੀ ਰੋਈ ਜਾਣਾ, ਰੋਣਾ। ਉਸਨੇ ਰੋਣਾ ਜਾਰੀ ਰੱਖਿਆ। ਭੋਲੀ ਦ ਟੀਚਰਸ ਵਾਇਸ ਵਾਜ਼ ਸੋ ਸੌਫਟ। ਹੁਣ ਬੜੀ ਕੋਮਲ ਜੀ ਆਵਾਜ਼ ਆਉਂਦੀ ਹੈ ਟੀਚਰ ਦੀ, ਭੋਲੀ, ਐਂਡ ਸੂਥਿੰਗ ਲੱਗੀ ਉਹਨੂੰ, ਮਨ ਨੂੰ ਸਕੂਨ ਦੇਣ ਵਾਲੀ। ਇਨ ਆਲ ਹਰ ਲਾਈਫ ਸ਼ੀ ਹੈਡ ਨੈਵਰ ਬੀਨ ਕਾਲਡ ਲਾਈਕ ਦੈਟ। ਸਾਰੀ ਜ਼ਿੰਦਗੀ ਵਿੱਚ ਇੰਨੇ ਪਿਆਰ ਨਾਲ, ਇੰਨੇ ਸੌਫਟ ਨਾਲ, ਕੋਮਲਤਾ ਨਾਲ ਉਸਨੂੰ ਭੋਲੀ ਕਹਿ ਕੇ ਕਿਸੇ ਨੇ ਵੀ ਬੁਲਾਇਆ ਨਹੀਂ ਸੀ। ਇਟ ਟਚਡ ਹਰ ਹਾਰਟ। ਇਹ ਗੱਲ ਉਸਦੇ ਦਿਲ ਨੂੰ ਛੂਹ ਗਈ। ਗੈਟ ਅਪ ਸੈਡ ਦ ਟੀਚਰ। ਇਟ ਵਾਜ਼ ਨਾਟ ਏ ਕਮਾਂਡ। ਹੁਣ ਦੇਖੋ ਟੀਚਰ ਨੇ ਕਿਹਾ ਖੜੀ ਹੋ ਜਾ, ਤਾਂ ਕੋਈ ਇਹ ਕਮਾਂਡ ਨਹੀਂ ਸੀ, ਇਹ ਆਰਡਰ ਨਹੀਂ ਸੀਗਾ, ਇਹਦਾ ਪਿਆਰ ਨਾਲ ਕਿਹਾ ਸੀ। ਬਟ ਜਸਟ ਏ ਫਰੈਂਡਲੀ ਸੁਜੈਸ਼ਨ। ਇੱਕ ਪਿਆਰ ਭਰੀ ਸੁਜੈਸ਼ਨ ਸੀ ਵੀ ਭੋਲੀ ਖੜੀ ਹੋ ਜਾ। ਭੋਲੀ ਗੋਟ ਅਪ। ਭੋਲੀ ਖੜੀ ਹੋ ਗਈ। ਨਾਓ ਟੈਲ ਮੀ ਯੂਅਰ ਨੇਮ। ਹੁਣ ਤੂੰ ਆਪਣਾ ਨਾਮ ਦੱਸ। ਸਵੈਟ ਮੈਨੇ ਹੁੰਦਾ ਬੇਟੇ ਪਸੀਨਾ। ਉਸਦਾ, ਇੱਕ ਮਿੰਟ ਲਿਖ ਲਓ,
ਸਵੈਟ ਬ੍ਰੋਕ ਆਊਟ ਓਵਰ ਹਰ ਹੋਲ ਬੋਡੀ, ਸਾਰੀ ਬੋਡੀ ਦੇ ਉੱਤੇ ਉਸਦੇ ਪਸੀਨਾ ਆ ਗਿਆ। ਵੁੱਡ ਹਰ ਸਟੈਮਰਿੰਗ ਟੰਗ ਅਗੇਨ ਡਿਸਗ੍ਰੇਸ ਹਰ, ਹੁਣ ਮਨ ਵਿੱਚ ਕੀ ਸੋਚਦੀ ਹੈ ਕਿ ਜਿਹੜੀ ਮੇਰੀ ਸਟੈਮਰਿੰਗ ਟੰਗ ਹੈ, ਜਿਹੜੀ ਹਕਲਾਣ ਵਾਲੀ ਮੇਰੀ ਜ਼ੁਬਾਨ ਹੈ, ਜੀਭ ਹੈ, ਕਿ ਇਸ ਦੇ ਕਰਕੇ ਫਿਰ ਮੈਨੂੰ ਬੇਇੱਜ਼ਤੀ ਝੇਲਣੀ ਪਊਗੀ। ਡਿਸਗ੍ਰੇਸ ਮੈਨੇ ਬੇਇੱਜ਼ਤੀ, ਫਿਰ ਬੇਇੱਜ਼ਤੀ ਸਹਿਣੀ ਪਊਗੀ ਮੈਨੂੰ। For the sake of this kind woman, however, she decided to make an effort. परंतु इस दयालु औरत ਦੀ ਖਾਤਰ, for the sake of ਖਾਤਰ, ਉਸ ਜਿਹੜੀ ਲੇਡੀ ਜਿਹੜੀ ਉਹਦੀ ਟੀਚਰ ਹੈ ਉਹਦੀ ਖਾਤਰ, ਕਿਉਂਕਿ ਉਹਨੇ ਬੜੇ ਪਿਆਰ ਨਾਲ ਬੁਲਾਇਆ ਸੀ ਤੇ ਪਿਆਰ ਨਾਲ ਕਿਹਾ ਸੀ, ਉਹਨੇ ਡਿਸਾਈਡ ਕੀਤਾ, she decided to make an effort. ਐਫਰਟ ਕੀ ਹੁੰਦਾ ਬੇਟੇ? ਕੋਸ਼ਿਸ਼। ਉਹਨੇ ਕੋਸ਼ਿਸ਼ ਕਰਨ ਦੀ ਦਾ ਡਿਸੀਜ਼ਨ ਲਿਆ ਵੀ ਮੈਂ ਕੋਸ਼ਿਸ਼ ਕਰਦੀ ਹਾਂ ਦੁਬਾਰਾ ਬੋਲਦੀ, ਭਾਵੇਂ ਉਹਨੂੰ ਪਤਾ ਸੀ ਵੀ ਹੋ ਸਕਦਾ ਉਹਦੀ ਫਿਰ ਬੇਇੱਜ਼ਤੀ ਹੋਵੇ, ਉਹਨੂੰ ਐਂ ਲੱਗਦਾ ਸੀ। she had such a soothing voice she would not laugh at her, ਪਰ ਉਸਦੇ ਮਨ ਵਿੱਚ ਕੀ ਆਇਆ? ਉਸਦੀ ਆਵਾਜ਼ ਇੰਨੀ ਸੂਥਿੰਗ ਸੀ ਲੇਡੀ ਟੀਚਰ ਦੀ ਕਿ ਉਹ ਉਸ 'ਤੇ ਹੱਸੇਗੀ ਨਹੀਂ। ਤਾਂ ਬੱਚੇ ਨੂੰ ਆਪਦੀ ਟੀਚਰ 'ਤੇ ਪੂਰਾ ਯਕੀਨ ਸੀ ਵੀ ਭਾਵੇਂ ਮੈਂ ਹਕਲਾਈ ਵੀ, ਪਰ ਮੇਰੀ ਟੀਚਰ ਮੇਰੇ 'ਤੇ ਹੱਸੇਗੀ ਨਹੀਂ, ਮੇਰਾ ਮਜ਼ਾਕ ਨਹੀਂ ਉਡਾਏਗੀ। ਪੋ ਪੋ ਪੋ, ਫਿਰ ਉਹ ਟਰਾਈ ਕਰਦੀ ਹੈ। ਸ਼ੀ ਬਿਕੇਨ ਟੂ ਸਟੈਮਰ, ਉਹ ਹਕਲਾਣਾ ਸ਼ੁਰੂ ਕਰਦੀ ਹੈ। ਹੁਣ ਧਿਆਨ ਦੇਣਾ ਬੇਟੇ। ਵੈਲ ਡਨ, ਵੈਲ ਡਨ, ਦਾ ਟੀਚਰ ਐਨਕਰਜਡ ਹਰ। ਹੁਣ ਟੀਚਰ ਉਹਨੂੰ ਕੀ ਹੈ? ਉਹਨੂੰ ਐਨਕਰਜ ਕਰਦੀ ਹੈ। ਐਨਕਰਜ ਕਰਨਾ ਹੁੰਦਾ ਬੇਟੇ ਹੌਸਲਾ ਦੇਣਾ, ਹੌਸਲਾ ਵਧਾਉਣਾ। ਉਹਨੂੰ ਉਹਦਾ ਹੌਸਲਾ ਵਧਾ ਰਹੀ ਹੈ ਵੀ ਕਮ ਔਨ ਨਾਓ ਦਾ ਫੁੱਲ ਨੇਮ। ਹੁਣ ਫੁੱਲ ਨੇਮ ਬੋਲ। ਹੁਣ ਉਹ ਇਸ ਤਰ੍ਹਾਂ ਟਰਾਈ ਕਰਦੀ ਕਰਦੀ ਪੂਰਾ ਕੀ ਬੋਲ ਲੈਂਦੀ ਹੈ? ਭੋਲੀ। ਐਟ ਲਾਸਟ ਸ਼ੀ ਵਾਜ਼ ਏਬਲ ਟੂ ਸੇ ਇਟ ਐਂਡ ਫੈਲਟ ਰਿਲੀਵਡ। ਰਿਲੀਵਡ ਦੇ ਸਪੈਲਿੰਗ ਗਲਤ ਹੈ। ਐਜ਼ ਇਫ ਇਟ ਵਾਜ਼ ਏ ਗ੍ਰੇਟ ਅਚੀਵਮੈਂਟ, ਜਿਵੇਂ ਕਿ ਇੱਕ ਮਹਾਨ ਅਚੀਵਮੈਂਟ ਹੋਵੇ। ਅਚੀਵਮੈਂਟ ਦਾ ਮਤਲਬ ਕੀ ਹੁੰਦਾ ਬੇਟੇ? ਪ੍ਰਾਪਤੀ। ਤਾਂ ਉਹਨੂੰ ਇਹ ਲੱਗਿਆ ਵੀ ਇੱਕ ਵੱਡੀ ਪ੍ਰਾਪਤੀ ਹੈ ਤੇ ਉਹਨੇ ਰਿਲੀਵ ਮਹਿਸੂਸ ਕੀਤਾ। ਰਿਲੀਵ ਦਾ ਮਤਲਬ ਕੀ ਹੁੰਦਾ ਬੇਟੇ? ਜਿਵੇਂ ਸੁੱਖ ਦਾ ਸਾਹ ਲੈਣਾ, ਸੁੱਖ ਦਾ ਸਾਹ ਲੈਣਾ। ਰਿਲੀਫ ਵਰਡ ਜਿਵੇਂ ਬਣਦਾ ਨਾ। ਇਟ ਵਾਜ਼ ਅ ਗ੍ਰੇਟ ਅਚੀਵਮੈਂਟ, ਇੱਕ ਵੱਡੀ ਪ੍ਰਾਪਤੀ ਸੀ।